ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਨੂੰ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਸਾਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਆਪਣਾ ਕੀਮਤੀ ਸਮਾਂ ਕੱਢ ਕੇ ਵੇਖਦੇ ਹੋ। ਇਸ ਦੇ ਲਈ ਅਸੀਂ ਤੁਹਾਡੀ ਸਭਨਾਂ ਦੀ ਬਹੁਤ ਪ੍ਰਸ਼ੰਸਾ ਕਰਦੇ ਹਾਂ। ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਬੜੀ ਦਿਲਚਸਪੀ ਦੇ ਨਾਲ ਵੇਖ ਰਹੇ ਹੋ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਲੂਕਾ ਦੀ ਇੰਜੀਲ ਦੇ 19 ਅਧਿਆਇ ਦੀ 1 ਤੋਂ ਲੈ ਕੇ 10 ਆਇਤਾਂ ਤੱਕ ਦੇ ਵਚਨਾਂ ਦੇ ਉੱਤੇ ਧਿਆਨ ਕੀਤਾ ਸੀ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਉਸ ਇਸਤਰੀ ਦੇ ਬਾਰੇ ਜਾਣਿਆ ਸੀ ਜੋ ਕਿ ਗ੍ਰੰਥੀਆਂ ਅਤੇ ਫਰੀਸੀਆਂ ਦੇ ਦੁਆਰਾ ਜਿਨਾਕਾਰੀ ਦੇ ਵਿੱਚ ਫੜੀ ਗਈ ਸੀ। ਉਹ ਉਸ ਇਸਤਰੀ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਕੋਲ ਲੈ ਕੇ ਆਏ ਤਾਂ ਜੋ ਉਹ ਉਹਨਾਂ ਨੂੰ ਸਜ਼ਾ ਦੇ ਸਕੇ, ਪਰ ਪ੍ਰਭੂ ਯਿਸੂ ਜੀ ਨੇ ਉਸ ਇਸਤਰੀ ਨੂੰ ਕੋਈ ਸਜ਼ਾ ਨਾ ਦਿੱਤੀ। ਸਗੋਂ ਪ੍ਰਭੂ ਯਿਸੂ ਜੀ ਨੇ ਦੇ ਨਾਲ ਮੁਲਾਕਾਤ ਕਰਕੇ ਉਸ ਦਾ ਜੀਵਨ ਬਦਲ ਗਿਆ। ਇਸ ਘਟਨਾ ਤੋਂ ਅਸੀਂ ਬਹੁਤ ਸਾਰੀ ਦਿਲਚਸਪ ਘਟਨਾਵਾਂ ਨੂੰ ਅਤੇ ਗੱਲਾਂ ਨੂੰ ਜਾਣਿਆ, ਜਿਨ੍ਹਾਂ ਤੋਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਬੜੀ ਆਸ਼ੀਸ਼ ਪਾਈ ਹੋਏਗੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਪੈਂਤੀਉਸ ਪਿਲਾਤੁਸ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ, ਜੋ ਕਿ ਪ੍ਰਭੂ ਯਿਸੂ ਜੀ ਦਾ ਸਲੀਬ ਦੇਣ ਦੇ ਬਾਰੇ ਉਸ ਦਾ ਨਿਆਂ ਕਰਨ ਦੇ ਵਿੱਚ ਸ਼ਾਮਿਲ ਸੀ। ਸਾਡੇ ਅੱਜ ਦੇ ਪ੍ਰੋਗਰਾਮ ਦੀ ਰੂਪ ਰੇਖਾ ਇਸ ਪ੍ਰਕਾਰ ਹੈ। ਨੰਬਰ 1, ਪਿਲਾਤੁਸ ਦੀ ਅਸੰਵੇਦਨਸ਼ੀਲਤਾ। ਨੰਬਰ 2, ਪਿਲਾਤੁਸ ਦਾ ਬੇਸਲੋਨਾਪਨ। ਨੰਬਰ 3, ਪਿਲਾਤੁਸ ਦੀ ਬੇਈਮਾਨੀ। ਇਸ ਦੇ ਵਿੱਚ ਅਸੀਂ ਵੇਖਾਂਗੇ ਦੋਸ਼ਾਰੋਪਣ, ਜਾਂਚ ਪੜਤਾਲ, ਬਚਾਓ, ਫੈਸਲਾ। ਨੰਬਰ 4, ਪਿਲਾਤੁਸ ਵੱਲੋਂ ਨਿਰਦੇਸ਼। ਇਸ ਦੇ ਵਿੱਚ ਅਸੀਂ ਦੇਖਾਂਗੇ ਪ੍ਰਸਿੱਧੀ ਵਿਰੁੱਧ ਆਤਮਿਕਤਾ, ਸਹੀ ਵਿਰੋਧ ਗਲਤ, ਕਿਰਿਆ ਵਿਰੋਧ ਨਿਸ਼ਕ੍ਰਿਆ। ਸੋ ਦੋਸਤੋ, ਆਓ ਆਪਣੇ ਪ੍ਰੋਗਰਾਮ ਦੇ ਵਿੱਚ ਛੇਤੀ ਨਾਲ ਚੱਲਦੇ ਹਾਂ। ਅੱਜ ਦੇ ਇਸ ਦਿਸ਼ਾ ਪਰਿਵਰਤਨ ਪ੍ਰੋਗਰਾਮ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੈ। ਨੰਬਰ 1, ਪਿਲਾਤੁਸ ਦੀ ਅੰਸਵੇਦਨਸ਼ੀਲਤਾ। ਨੰਬਰ 2, ਪਿਲਾਤੁਸ ਦਾ ਬੇਸਲੂਣਾਪਨ। ਨੰਬਰ 3, ਪਿਲਾਤੁਸ ਦੀ ਬੇਈਮਾਨੀ। ਭਾਗ ਊੜਾ, ਦੋਸ਼ ਆਰੋਪਣ। ਭਾਗ ਐੜਾ, ਜਾਂਚ ਪੜਤਾਲ। ਭਾਗ ਈੜੀ, ਬਚਾਓ। ਭਾਗ ਸੱਸਾ, ਫੈਸਲਾ। ਨੰਬਰ 4, ਪਿਲਾਤੁਸ ਵੱਲੋਂ ਨਿਰਦੇਸ਼। ਭਾਗ ਊੜਾ, ਪ੍ਰਸਿੱਧੀ ਵਿਰੁੱਧ ਆਤਮਿਕਤਾ। ਭਾਗ ਐੜਾ, ਸਹੀ ਵਿਰੋਧ ਗਲਤ। ਭਾਗ ਈੜੀ, ਕਿਰਿਆ ਵਿਰੋਧ ਨਿਸ਼ਕਿਰਿਆ। ਲੋਕ ਜਿਨ੍ਹਾਂ ਦੀ ਮੁਲਾਕਾਤ ਯਿਸੂ ਨਾਲ ਹੋਈ। ਸਾਡੇ ਅਧਿਐਨ ਵਿੱਚ ਅੱਜ ਅਸੀਂ ਇੱਕ ਪਿਲਾਤੁਸ ਨਾਂ ਦੇ ਮਨੁੱਖ ਬਾਰੇ ਵੇਖਾਂਗੇ। ਉਹ ਮਨੁੱਖ ਜਿਹੜਾ ਸਾਡੇ ਪ੍ਰਭੂ ਦੀ ਪੇਸ਼ੀ ਅਤੇ ਸਲੀਬ ਦਿੱਤੇ ਜਾਣ ਦੀ ਕਹਾਣੀ ਵਿੱਚ ਲੱਭਦਾ ਹੈ। ਉਹ ਉਹਨਾਂ ਵਿੱਚੋਂ ਹੈ ਜਿਨ੍ਹਾਂ ਬਾਰੇ ਅਸੀਂ ਬਹੁਤ ਘੱਟ ਜਾਣਦੇ ਹਾਂ। ਅਸੀਂ ਸਮੇਂ-ਸਮੇਂ ਤੇ ਉਸ ਦਾ ਨਾਮ ਸੁਣਦੇ ਰਹਿੰਦੇ ਹਾਂ, ਪਰ ਸਾਨੂੰ ਪੱਕਾ ਪਤਾ ਨਹੀਂ ਹੈ ਕਿ ਉਹ ਕੌਣ ਹੈ ਅਤੇ ਕਹਾਣੀ ਵਿੱਚ ਕਿੱਥੇ ਫਿੱਟ ਬੈਠਦਾ ਹੈ। ਇਹ ਮੈਨੂੰ ਇੱਕ ਕਹਾਣੀ ਦੀ ਯਾਦ ਦਿਵਾਉਂਦਾ ਹੈ ਜੋ ਮੈਂ ਕੁਝ ਸਾਲ ਪਹਿਲਾਂ ਇੱਕ ਕ੍ਰਿਸਚਨ ਸਕੂਲ ਵਿੱਚ ਇੱਕ ਗ੍ਰੇਡ ਸਕੂਲ ਅਧਿਆਪਕਾ ਬਾਰੇ ਸੁਣੀ ਸੀ, ਜਿਸ ਨੇ ਆਪਣੀ ਕਲਾਸ ਦੇ ਬੱਚਿਆਂ ਨੂੰ ਇੱਕ ਚਿੱਤਰ ਬਣਾ ਕੇ ਲਿਆਉਣ ਲਈ ਆਖਿਆ ਜੋ ਕ੍ਰਿਸਮਸ ਦੀ ਕਹਾਣੀ ਨੂੰ ਬਿਆਨ ਕਰਦਾ ਹੋਵੇ। ਅਤੇ ਜ਼ਿਆਦਾਤਰ ਬੱਚੇ ਖੁਰਲੀ ਦੇ ਦ੍ਰਿਸ਼ ਅਤੇ ਮਜੂਸੀਆਂ ਦੀਆਂ ਤਸਵੀਰਾਂ ਬਣਾ ਕੇ ਲਿਆਏ, ਪਰ ਇੱਕ ਕਾਗਜ਼ ਤੇ ਬਾਕੀਆਂ ਨਾਲੋਂ ਕੁਝ ਵੱਖਰਾ ਹੀ ਬਣਿਆ ਹੋਇਆ ਸੀ, ਕਿਉਂਕਿ ਇਸ ਕਾਗਜ਼ ਤੇ ਇੱਕ ਜਹਾਜ਼ ਦਾ ਚਿੱਤਰ ਬਣਿਆ ਹੋਇਆ ਸੀ ਅਤੇ ਉਸ ਜਹਾਜ਼ ਵਿੱਚ ਤੁਸੀਂ ਵੇਖ ਸਕਦੇ ਸੀ ਕਿ ਪਿਛਲੇ ਪਾਸੇ 2 ਵੱਡੇ ਲੋਕ ਅਤੇ ਉਹਨਾਂ ਦੇ ਪਿੱਛੇ ਇੱਕ ਛੋਟਾ ਜਿਹਾ ਬੱਚਾ ਬੈਠਾ ਹੋਇਆ ਸੀ। ਸਭ ਤੋਂ ਅੱਗੇ ਉਹ ਬੰਦਾ ਸੀ ਜਿਹੜਾ ਜਹਾਜ਼ ਚਲਾ ਰਿਹਾ ਸੀ। ਜਦੋਂ ਉਸ ਅਧਿਆਪਕਾ ਨੂੰ ਇਹ ਕਾਗਜ਼ ਮਿਲਿਆ, ਉਸਨੇ ਬਥੇਰਾ ਸਮਝਣ ਦੀ ਕੋਸ਼ਿਸ਼ ਕੀਤੀ ਇਹ ਚਿੱਤਰ ਕਿਹਦਾ ਹੈ। ਆਖਿਰ ਉਸਨੇ ਬੱਚੇ ਨੂੰ ਆਪਣੇ ਕੋਲ ਸੱਦਿਆ ਅਤੇ ਕਿਹਾ, ਮੈਨੂੰ ਸਮਝ ਨਹੀਂ ਆ ਰਹੀ ਕਿ ਇਸ ਚਿੱਤਰ ਦਾ ਕ੍ਰਿਸਮਸ ਨਾਲ ਕੀ ਸੰਬੰਧ ਹੈ। ਇਸ ਦਾ ਕ੍ਰਿਸਮਸ ਦੀ ਕਹਾਣੀ ਨਾਲ ਕੀ ਲੈਣਾ ਦੇਣਾ ਹੈ। ਬੱਚੇ ਨੇ ਕਿਹਾ, ਠੀਕ ਕਿ ਤੁਸੀਂ ਪਿੱਛੇ ਹੋ 2 ਜਣੇ ਵੇਖਦੇ ਹੋ, ਉਹ ਮਰੀਅਮ ਅਤੇ ਯੂਸਫ ਹਨ ਅਤੇ ਉਹ ਛੋਟਾ ਜਿਹਾ ਉਹ ਬਾਲਕ ਯਿਸੂ ਹੈ। ਇਹ ਜਹਾਜ਼ ਕਾਹਦੇ ਲਈ ਹੈ? ਇਹ ਉਡਾਨ ਮਿਸਰ ਨੂੰ ਜਾ ਰਹੀ ਹੈ, ਉਸਨੇ ਕਿਹਾ। ਇਸ ਤਰ੍ਹਾਂ ਉਹ ਮਿਸਰ ਵਿੱਚ ਗਏ ਸਨ ਅਤੇ ਅਧਿਆਪਕਾ ਨੇ ਕਿਹਾ, ਹੁਣ ਮੈਨੂੰ ਸਭ ਸਮਝ ਆ ਗਿਆ ਹੈ, ਪਰ ਉਹ ਸਭ ਤੋਂ ਅੱਗੇ ਕਿਹੜਾ ਬੰਦਾ ਹੈ? ਅਤੇ ਬੱਚੇ ਨੇ ਕਿਹਾ, ਉਹ ਪਿਲਾਤੁਸ ਹੈ।
ਕੀ ਤੁਹਾਨੂੰ ਇਹ ਕਹਾਣੀ ਯਾਦ ਹੈ? ਨਵੇਂ ਨੇਮ ਵਿੱਚੋਂ ਲੋਕ ਪਿਲਾਤੂਸ ਬਾਰੇ ਇਸ ਤਰ੍ਹਾਂ ਜਾਣਦੇ ਹਨ, ਪਰ ਮੈਨੂੰ ਇਹ ਗੱਲ ਮੰਨਣੀ ਪਵੇਗੀ ਕਿ ਜਦੋਂ ਤੁਸੀਂ ਇਸ ਬੰਦੇ ਦੀ ਜ਼ਿੰਦਗੀ ਨੂੰ ਖੋਦਦੇ ਹੋ ਅਤੇ ਉਸ ਬਾਰੇ ਜੋ ਤੁਸੀਂ ਜਾਣ ਸਕਦੇ ਹੋ, ਜਾਣਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਸੀਂ ਉਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਨਹੀਂ ਹੁੰਦੇ, ਕਿਉਂਕਿ ਪਿਲਾਤੂਸ ਨੇ ਨੇਕ ਚਰਿੱਤਰ ਦਾ ਬਿਲਕੁਲ ਹੀ ਨਹੀਂ ਸੀ ਉਦਾਹਰਨ ਦਿੱਤਾ। ਅੱਜ ਦੇ ਪਾਠ ਵਿੱਚ ਅਸੀਂ ਉਸ ਬਾਰੇ ਜੋ ਵੀ ਸਿੱਖਣ ਜਾ ਰਹੇ ਹਾਂ, ਉਸ ਦਾ ਜ਼ਿਆਦਾਤਰ ਹਿੱਸਾ ਦੁਨਿਆਵੀ ਇਤਿਹਾਸਕ ਪੁਸਤਕਾਂ ਅਤੇ ਜੋਸਫ ਦੀਆਂ ਲਿਖਤਾਂ ਅਤੇ ਉਸ ਦੇ ਸਮੇਂ ਦੇ ਹੋਰ ਇਤਿਹਾਸਕਾਰਾਂ ਦੀਆਂ ਲਿਖਤਾਂ ਵਿੱਚੋਂ ਲਿਆ ਗਿਆ ਹੈ। ਪਰ ਸਾਨੂੰ ਉਸ ਬਾਰੇ ਇਹ ਜਾਣਕਾਰੀ ਮਿਲਦੀ ਹੈ ਕਿ ਪਿਲਾਤੂਸ ਦਾ ਪ੍ਰਭਾਵ ਉਸ ਦੇ ਵਿਆਹ ਕਾਰਨ ਨਹੀਂ ਸੀ। ਉਹ ਕਦੇ ਵੀ ਯਹੂਦੀਆਂ ਦੇ ਦੰਡ ਅਧਿਕਾਰੀ ਵਜੋਂ ਸਥਾਪਿਤ ਨਾ ਹੁੰਦਾ, ਜੋ ਕਿ ਉਸ ਦਾ ਅਧਿਕਾਰ ਅਹੁਦਾ ਸੀ। ਜਾਪਦਾ ਹੈ ਕਿ ਪਿਲਾਤੂਸ ਸਪੇਨ ਤੋਂ ਅਤੇ ਸਿਬਲੇ ਦਾ ਨਾਗਰਿਕ ਸੀ, ਅਤੇ ਜਦੋਂ ਉਹ ਸਿਆਣਾ ਹੋ ਗਿਆ, ਉਹ ਰਾਇਨੇ ਦੇ ਯੁੱਧ ਵਿੱਚ ਜਰਮਨੀਸਕ ਦੇ ਦਲਾਂ ਵਿੱਚ ਸ਼ਾਮਲ ਹੋ ਗਿਆ। ਜਦੋਂ ਯੁੱਧ ਤੋਂ ਬਾਅਦ ਸ਼ਾਂਤੀ ਕਾਇਮ ਹੋ ਗਈ, ਉਹ ਆਪਣੀ ਕਿਸਮਤ ਅਜਮਾਉਣ ਲਈ ਰੋਮ ਵਿੱਚ ਚਲਾ ਗਿਆ, ਅਤੇ ਜਦੋਂ ਉਹ ਰੋਮ ਵਿੱਚ ਸੀ, ਉਸ ਦੀ ਮੁਲਾਕਾਤ ਕਲੌਡੀਓ ਪਰਕਿਉਲੀਆ ਨਾਂ ਦੀ ਇੱਕ ਔਰਤ ਨਾਲ ਹੋਈ ਅਤੇ ਉਸ ਨੇ ਉਹਦੇ ਨਾਲ ਵਿਆਹ ਕਰਾ ਲਿਆ। ਕਲੌਡੀਓ ਪਰਕਿਉਲੀਆ ਸਮਰਾਟ ਅਗਸਤਸ ਦੀ ਬੇਟੀ ਸੀ, ਸਭ ਤੋਂ ਛੋਟੀ ਬੇਟੀ। ਪਿਲਾਤੂਸ ਦੇ ਭਵਿੱਖ ਦੇ ਦ੍ਰਿਸ਼ਟੀਕੋਣ ਤੋਂ ਇਹ ਇੱਕ ਸਮਝਦਾਰੀ ਵਾਲਾ ਫੈਸਲਾ ਸੀ, ਕਿਉਂਕਿ ਕਲੌਡੀਆ ਦੇ ਰੋਮੀ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਚੰਗਾ ਸਬੰਧ ਸਨ। ਪਰ ਇਸ ਨੂੰ ਨੈਤਿਕਤਾ ਦੀ ਦ੍ਰਿਸ਼ਟੀਕੋਣ ਤੋਂ ਵੇਖਦਿਆਂ ਇਹ ਇੱਕ ਸ਼ਰਮਨਾਕ ਫੈਸਲਾ ਸੀ, ਕਿਉਂਕਿ ਜੂਲੀਆ, ਜਿਹੜੀ ਪਿਲਾਤੂਸ ਦੀ ਸੱਸ ਬਣੀ, ਇੱਕ ਕਿੰਨੀ ਭ੍ਰਸ਼ਟ ਅਤੇ ਅਸ਼ਲੀਲ ਆਦਤਾਂ ਵਾਲੀ ਔਰਤ ਸੀ ਕਿ ਸਗੋਂ ਰੋਮ ਵਿੱਚ ਵੀ ਉਹ ਬਦਨਾਮ ਸੀ। ਹਰ ਕੋਈ ਉਸੇ ਬਾਰੇ ਜਾਣਦਾ ਸੀ। ਅਗਸਤਸ, ਉਸ ਦਾ ਪਿਤਾ, ਵੀ ਉਸ ਤੋਂ ਦੂਰ ਭੱਜਦਾ ਸੀ, ਕਿਉਂਕਿ ਉਹ ਉਸ ਨੂੰ ਨਫ਼ਰਤ ਕਰਦਾ ਸੀ। ਜਦ ਕਦੇ ਵੀ ਕੋਈ ਉਸ ਦੇ ਅੱਗੇ ਉਸ ਦੀ ਬੇਟੀ ਦਾ ਜ਼ਿਕਰ ਕਰਦਾ ਸੀ, ਅਗਸਤਸ ਚਿਲਾ ਉੱਠਦਾ ਸੀ ਅਤੇ ਕਹਿੰਦਾ ਸੀ, ਕਾਸ਼ ਮੇਰੀ ਕੋਈ ਪਤਨੀ ਨਾ ਹੁੰਦੀ, ਜਾਂ ਮੈਂ ਬੇਔਲਾਦ ਹੀ ਮਰ ਜਾਂਦਾ। ਪਿਲਾਤੂਸ ਦੇ ਉਲਟ ਕੋਈ ਵੀ ਨੇਕ ਫਿਤਰਤ ਵਾਲਾ ਬੰਦਾ ਕਦੇ ਵੀ ਅਜਿਹੇ ਪਰਿਵਾਰ ਵਿੱਚ ਵਿਆਹ ਨਾ ਕਰਦਾ, ਪਰ ਪਿਲਾਤੂਸ ਨੇ ਇਸ ਨੂੰ ਇੱਕ ਮੌਕੇ ਵਜੋਂ ਵੇਖਿਆ ਅਤੇ ਉਸ ਨੇ ਆਪਣੇ ਆਪ ਨੂੰ ਇਹਨਾਂ ਦੁਸ਼ਟਾਂ ਲੋਕਾਂ ਦੇ ਪ੍ਰਭਾਵ ਹੇਠਾਂ ਲੈ ਆਂਦਾ। ਤਾਂ ਵੀ ਅਗਸਤਸ ਦੇ ਪਰਿਵਾਰ ਨਾਲ ਉਸ ਦੇ ਰਿਸ਼ਤਿਆਂ ਦੇ ਕਾਰਨ ਹੀ ਉਸ ਨੂੰ ਯਹੂਦੀਆਂ ਦੇ ਦੰਡ ਅਧਿਕਾਰੀ ਦੇ ਅਹੁਦੇ ਨਾਲ ਨਵਾਜਿਆ ਗਿਆ, ਅਤੇ ਇਹ ਅਹੁਦਾ ਉਸ ਨੂੰ 26 ਈਸਵੀ ਪੂਰਵ ਵਿੱਚ ਹਾਸਲ ਹੋਇਆ। ਉਸ ਦੀ ਜ਼ਿੰਦਗੀ ਦੀ ਰੂਪਰੇਖਾ ਤਿਆਰ ਕਰਨੀ ਸੌਖੀ ਨਹੀਂ ਹੈ, ਅਤੇ ਉਸ ਸੰਬੰਧੀ ਵਚਨ ਵਿੱਚ ਦਿੱਤੇ ਹੋਏ ਬੰਦ ਅੰਜੀਲਾਂ ਵਿੱਚ ਇੱਧਰ ਉੱਧਰ ਖਿਲਰੇ ਪਏ ਹਨ। ਪੇਸ਼ੀ ਦੌਰਾਨ ਉਸ ਦੀ ਯਿਸੂ ਨਾਲ ਜ਼ਿਆਦਾਤਰ ਗੱਲਬਾਤ ਦੇ ਹਿੱਸਿਆਂ ਦਾ ਜ਼ਿਕਰ ਚਾਰੇ ਅੰਜੀਲਾਂ ਵਿੱਚ ਕੀਤਾ ਗਿਆ ਹੈ, ਪਰ ਇੱਧਰ ਉੱਧਰ ਉਸ ਦੀ ਜ਼ਿੰਦਗੀ ਦੀਆਂ ਕੁਝ ਘਟਨਾਵਾਂ ਹਨ ਜੋ ਸਾਨੂੰ ਇਸ ਗੱਲ ਦੀ ਜਾਣਕਾਰੀਆਂ ਦਿੰਦੀਆਂ ਹਨ ਕਿ ਇਹ ਇੱਕ ਮਨੁੱਖ ਵਜੋਂ ਉਹ ਕਿਹੋ ਜਿਹਾ ਸੀ, ਅਤੇ ਪ੍ਰਭੂ ਯਿਸੂ ਨਾਲ ਉਸ ਦੀ ਗੱਲਬਾਤ ਨੂੰ ਸਮਝਣ ਵਿੱਚ ਸਾਡੀ ਮਦਦ ਕਰਦੀਆਂ ਹਨ। ਨੰਬਰ 1, ਪਿਲਾਤੂਸ ਦੀ ਅੰਸ਼ਵੇਦਨਸ਼ੀਲਤਾ। ਪਹਿਲੀ ਗੱਲ ਜੋ ਅਸੀਂ ਇਸ ਮਨੁੱਖ ਬਾਰੇ ਵੇਖਦੇ ਹਾਂ, ਉਹ ਹੈ ਉਸ ਦੀ ਅੰਸ਼ਵੇਦਨਸ਼ੀਲਤਾ। ਇਹ ਉਹ ਬੰਦਾ ਸੀ ਜਿਹੜਾ ਕਿ ਸੱਭਿਆਚਾਰ ਨਾਲ ਜੁੜਿਆ ਹੋਇਆ ਸੀ, ਪਰ ਸੱਭਿਆਚਾਰਕ ਤੌਰ ਤੇ ਬਹੁਤ ਹੀ ਅੰਸ਼ਵੇਦਨਸ਼ੀਲ ਉਹ ਸੀ। ਯਹੂਦੀਆਂ ਦੇ ਪਹਿਲੇ ਦੰਡ ਅਧਿਕਾਰੀ ਦੇ ਰਾਜ ਦੌਰਾਨ ਰੋਮੀ ਸਰਕਾਰ ਯਹੂਦੀ ਲੋਕਾਂ ਦੇ ਰਹਿਣ ਅਤੇ ਸੇਵਾ ਕਰਨ ਅਤੇ ਇਬਾਦਤ ਕਰਨ ਦੇ ਲਈ ਹਰ ਤਰ੍ਹਾਂ ਦੀ ਸੁੱਖ ਸੁਵਿਧਾ ਪ੍ਰਦਾਨ ਕਰਨਾ ਚਾਹੁੰਦਾ ਸੀ। ਉਹਨਾਂ ਨੇ ਇੱਕ ਕੰਮ ਕੀਤਾ ਸੀ, ਅਤੇ ਉਹ ਇਹ ਸੀ ਕਿ ਉਹਨਾਂ ਨੇ ਆਪਣੇ ਆਪ ਨੂੰ ਉਹਨਾਂ ਯਹੂਦੀ ਰੀਤੀ ਰਿਵਾਜਾਂ ਅਤੇ ਆਦਤਾਂ ਮੁਤਾਬਕ ਢਾਲ ਲਿਆ ਜੋ ਕਿ ਕਿਸੇ ਵੀ ਯਹੂਦੀ ਲਈ ਮਹੱਤਵਪੂਰਨ ਸਨ। ਇੱਕ ਗੱਲ ਜੋ ਉਹਨਾਂ ਨੇ ਆਪਣੇ ਰਾਜ ਸ਼ਾਸਨ ਦੀ ਸ਼ੁਰੂਆਤ ਵਿੱਚ ਹੀ ਪਤਾ ਲੱਗ ਗਈ, ਉਹ ਇਹ ਸੀ ਕਿ ਯਹੂਦੀ ਲੋਕ ਝੰਡਿਆਂ ਜਾਂ ਇਸ਼ਤਿਹਾਰਾਂ ਤੇ ਕੈਸਰ ਦੀਆਂ ਮੂਰਤਾਂ ਅਤੇ ਰੋਮੀ ਆਗੂਆਂ ਦੀਆਂ ਮੂਰਤਾਂ ਨੂੰ ਬਹੁਤ ਜ਼ਿਆਦਾ ਨਫ਼ਰਤ ਕਰਦੇ ਸਨ, ਕਿਉਂਕਿ ਯਹੂਦੀ ਇਸ ਗੱਲ ਨੂੰ ਸਮਝ ਗਏ ਸਨ ਕਿ ਆਪਣੇ ਪਰਮੇਸ਼ਰ ਦੇ ਸਨਮੁਖ ਕੋਈ ਦੇਵਤਾ ਨਹੀਂ ਬਣਾਉਣਾ ਅਤੇ ਨਾ ਹੀ ਆਪਣੇ ਸਾਹਮਣੇ ਕੋਈ ਮੂਰਤ ਰੱਖਣੀ ਹੈ। ਇਸ ਲਈ ਪਿਲਾਤੂਸ ਤੋਂ ਪਹਿਲਾਂ ਜਿਹੜਾ ਦੰਡ ਅਧਿਕਾਰੀ ਸੀ, ਉਸ ਨੇ ਫੈਸਲਾ ਕੀਤਾ ਕਿ ਯਰੂਸ਼ਲਮ ਵਿੱਚ ਕੋਈ ਮੂਰਤੀ ਨਹੀਂ ਲੱਗੇਗੀ, ਕੋਈ ਮੂਰਤ ਵਾਲਾ ਇਸ਼ਤਿਹਾਰ ਨਹੀਂ ਲੱਗੇਗਾ, ਅਤੇ ਇਹ ਫੈਸਲਾ ਵੀ ਲਿਆ ਕਿ ਉਹ ਯਹੂਦੀ ਲੋਕਾਂ ਨਾਲ ਸਹਿਯੋਗ ਕਰਨਗੇ ਅਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਸੁੱਖ ਸੁਵਿਧਾ ਦੇਣਗੇ।
ਫਿਰ ਵੀ ਪਿਲਾਤੁਸ ਜਿੱਦੀ ਅਤੇ ਢੀਠ ਸੀ। ਜਦੋਂ ਪਿਲਾਤੁਸ ਦੰਡ ਅਧਿਕਾਰੀ ਬਣਿਆ, ਉਸ ਨੇ ਯਹੂਦੀ ਲੋਕਾਂ ਨੂੰ ਭੜਕਾਉਣਾ ਅਤੇ ਗੁੱਸੇ ਦਿਵਾਉਣ ਲਈ ਆਪਣੀ ਮਨਮਰਜ਼ੀ ਕੀਤੀ। ਇੱਕ ਮੌਕੇ ਤੇ ਉਸ ਨੇ ਸਿਪਾਹੀਆਂ ਨੂੰ ਉਹ ਝੰਡੇ ਦੇ ਕੇ ਯਰੂਸ਼ਲਮ ਨੂੰ ਭੇਜਿਆ ਜਿਨ੍ਹਾਂ ਤੇ ਤਿਬਰਿਆਸ ਦੀਆਂ ਮੂਰਤਾਂ ਸਨ। ਜਦੋਂ ਯਹੂਦੀਆਂ ਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਕੀਤਾ ਗਿਆ ਹੈ, ਉਹ ਕੈਸਰਿਆ ਨੂੰ ਭੱਜੇ ਜਿੱਥੇ ਪਿਲਾਤੁਸ ਠਹਿਰਿਆ ਹੋਇਆ ਸੀ, ਅਤੇ ਉਹਨਾਂ ਨੇ ਮੰਗ ਕੀਤੀ ਕਿ ਇਹ ਝੰਡੇ ਉਹਨਾਂ ਦੇ ਸ਼ਹਿਰ ਵਿੱਚੋਂ ਹਟਾਏ ਜਾਣ। ਪਿਲਾਤੁਸ ਨੇ ਉਹਨਾਂ ਦੀ ਬੇਨਤੀ ਨੂੰ ਠੁਕਰਾ ਦਿੱਤਾ ਅਤੇ ਇਹ ਗਤੀਰੋਧ 5 ਦਿਨਾਂ ਤੱਕ ਚੱਲਦਾ ਰਿਹਾ। ਪਿਲਾਤੁਸ ਨੂੰ ਯਹੂਦੀਆਂ ਦੀ ਬਗਾਵਤ ਕਾਰਨ ਗੁੱਸਾ ਆ ਗਿਆ ਅਤੇ ਉਸ ਨੇ ਉਹਨਾਂ ਨੂੰ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇੱਕ ਸਟੇਡੀਅਮ ਵਿੱਚ ਖੜਾ ਕਰਕੇ ਕਿਹਾ, ਜੇ ਉਹ ਇਸੇ ਵੇਲੇ ਚੁੱਪਚਾਪ ਆਪਣੇ ਘਰਾਂ ਨੂੰ ਨਾ ਗਏ ਤਾਂ ਸਭਨਾਂ ਨੂੰ ਮਾਰ ਦਿੱਤਾ ਜਾਵੇਗਾ। ਪਿਲਾਤੁਸ ਨੂੰ ਹੈਰਾਨੀ ਹੋਈ ਕਿ ਯਹੂਦੀਆਂ ਨੇ ਇਸ ਦੀ ਗੱਲ ਨੂੰ ਸੁਣ ਕੇ ਆਪਣੇ ਆਪ ਨੂੰ ਜ਼ਮੀਨ ਤੇ ਸੁੱਟ ਦਿੱਤਾ। ਉਹਨਾਂ ਨੇ ਆਪਣੀਆਂ ਧੌਣਾਂ ਨੰਗੀਆਂ ਕਰ ਲਈਆਂ ਅਤੇ ਐਲਾਨ ਕੀਤਾ ਕਿ ਉਹ ਮਰਨੋਂ ਮਰ ਜਾਣਗੇ, ਪਰ ਆਪਣੇ ਸ਼ਹਿਰ ਨੂੰ ਇਹਨਾਂ ਮੂਰਤਾਂ ਨਾਲ ਭ੍ਰਸ਼ਟ ਨਹੀਂ ਹੋਣ ਦੇਣਗੇ। ਜਦੋਂ ਪਿਲਾਤੁਸ ਨੂੰ ਇਹ ਅਹਿਸਾਸ ਹੋ ਗਿਆ ਕਿ ਉਹ ਇਹ ਲੜਾਈ ਨਹੀਂ ਜਿੱਤ ਸਕਦਾ, ਉਹ ਪਿੱਛੇ ਹਟ ਗਏ ਅਤੇ ਝੰਡਿਆਂ ਨੂੰ ਯਰੂਸ਼ਲਮ ਸ਼ਹਿਰ ਵਿੱਚੋਂ ਉਤਾਰ ਦਿੱਤਾ ਗਿਆ। ਇੱਕ ਹੋਰ ਮੌਕੇ ਤੇ ਜਦੋਂ ਪਿਲਾਤੁਸ ਨੇ ਇੱਕ ਜਲ ਮਾਰਗ ਬਣਾਉਣ ਦੇ ਯਰੂਸ਼ਲਮ ਤੋਂ ਸੁਲੇਮਾਨ ਦੇ ਤਲਾਅ ਵਿੱਚੋਂ ਪਾਣੀ ਲਿਆਉਣ ਦਾ ਫੈਸਲਾ ਕੀਤਾ, ਉਸ ਨੇ ਯਹੂਦੀਆਂ ਨੂੰ ਉਹਨਾਂ ਦੇ ਕੋਰਬਨ ਖਜ਼ਾਨੇ ਤੇ ਹਮਲਾ ਕਰਕੇ ਹੈਰਾਨ ਕਰ ਦਿੱਤਾ। ਜੇ ਤੁਸੀਂ ਨਵੇਂ ਨੇਮ ਬਾਰੇ ਕੁਝ ਜਾਣਦੇ ਹੋ ਤਾਂ ਤੁਸੀਂ ਜਾਣਦੇ ਹੋਵੋਗੇ ਕਿ ਯਹੂਦੀ ਲੋਕਾਂ ਦਾ ਇੱਕ ਖਜ਼ਾਨਾ ਸੀ ਜਿਸ ਨੂੰ ਕੋਰਬਨ ਕਿਹਾ ਜਾਂਦਾ ਸੀ, ਅਤੇ ਇਹ ਖਾਸ ਤੌਰ ਤੇ ਪਰਮੇਸ਼ਰ ਦੇ ਕੰਮ ਲਈ ਸਮਰਪਿਤ ਸੀ। ਜਦੋਂ ਪਿਲਾਤੁਸ ਕੋਲ ਇਸ ਜਲ ਮਾਰਗ ਪ੍ਰਯੋਜਨਾ ਨੂੰ ਪੂਰਾ ਕਰਨ ਲਈ ਧਨ ਨਾ ਬਚਿਆ, ਉਹ ਹੈਕਲ ਅੰਦਰ ਗਿਆ ਅਤੇ ਇਸ ਨਿੱਜੀ ਖਜ਼ਾਨੇ ਵਿੱਚੋਂ ਧਨ ਚੁਰਾ ਲਿਆ ਅਤੇ ਇਸ ਧਨ ਦੀ ਵਰਤੋਂ ਉਸ ਪ੍ਰਯੋਜਨਾ ਨੂੰ ਪੂਰਾ ਕਰਨ ਲਈ ਕੀਤੀ। ਇਹ ਇਸ ਤਰ੍ਹਾਂ ਦਾ ਜਾਪਦਾ ਹੈ ਕਿ ਜਿਵੇਂ ਇੱਥੇ ਕੋਈ ਐਲਕਜੋਨ ਵਿੱਚ ਪਹਾੜੀ ਦੀ ਸ਼ਾਮੇ ਆਇਆ ਅਤੇ ਡੀਕਨਾਂ ਦੇ ਦੰਡ ਵਿੱਚੋਂ ਸਾਰਾ ਪੈਸਾ ਗਿਰਜੇ ਸਾਹਮਣੇ ਜੋ ਸੜਕ ਬਣਾ ਰਹੀ ਹੈ ਉਸ ਲਈ ਚੁਰਾ ਕੇ ਲੈ ਗਿਆ। ਯਹੂਦੀਆਂ ਨੂੰ ਇਸ ਗੱਲ ਦਾ ਬਹੁਤ ਗੁੱਸਾ ਆਇਆ। ਇਸ ਤਰ੍ਹਾਂ ਪਹਿਲਾਂ ਕਦੀ ਨਹੀਂ ਹੋਇਆ ਸੀ। ਉਹ ਪਿਲਾਤੁਸ ਅਤੇ ਉਸ ਦੇ ਰਾਜਦੂਤਾਂ ਕੋਲ ਗਏ ਅਤੇ ਕਿਹਾ, ਇਹ ਧਨ ਪਰਮੇਸ਼ਰ ਦੇ ਕੰਮ ਲਈ ਵੱਖਰਾ ਕੀਤਾ ਗਿਆ ਸੀ ਅਤੇ ਪਿਲਾਤੁਸ ਨੇ ਆਪਣੇ ਮਕਸਦ ਲਈ ਚੁਰਾ ਲਿਆ ਹੈ। ਅਤੇ ਉਹਨਾਂ ਦੀ ਆਪਸ ਵਿੱਚ ਬਹੁਤ ਬਹਿਸ ਹੋਈ ਅਤੇ ਜਦੋਂ ਪਿਲਾਤੁਸ ਨੂੰ ਪਤਾ ਲੱਗਾ ਕਿ ਯਰੂਸ਼ਲਮ ਦੇ ਨਾਗਰਿਕ ਹੈਕਲ ਦੇ ਧਨ ਨੂੰ ਮੁੜ ਵਾਪਸ ਲੈਣ ਲਈ ਅਧਿਕਾਰੀ ਸ਼ਿਕਾਇਤ ਦਰਜ ਕਰਨ ਲਈ ਆਪਣੇ ਨੁਮਾਇੰਦੇ ਭੇਜ ਰਹੇ ਸਨ, ਉਸ ਨੇ ਆਪਣੇ ਸਿਪਾਹੀਆਂ ਨੂੰ ਭੇਸ ਬਦਲ ਕੇ ਤਲਵਾਰਾਂ, ਛੁਰੀਆਂ, ਬਰਸ਼ੀਆਂ ਅਤੇ ਪਹਿਲਾਂ ਤੋਂ ਤੈਅ ਇਸ਼ਾਰਿਆਂ ਨਾਲ ਭੀੜ ਵਿੱਚ ਭੇਜਿਆ। ਉਹਨਾਂ ਨੇ ਆਪਣੇ ਚਾਕੂ, ਤਲਵਾਰਾਂ ਅਤੇ ਛੁਰੇ ਕੱਢੇ ਅਤੇ ਇਸ ਜੱਥੇ ਤੇ ਹਮਲਾ ਕਰ ਦਿੱਤਾ ਅਤੇ ਕਈਆਂ ਨੂੰ ਜਾਨੋਂ ਮਾਰ ਦਿੱਤਾ ਅਤੇ ਕਈਆਂ ਨੂੰ ਲੂਲੇ ਲੰਗੜੇ ਕਰ ਦਿੱਤਾ। ਪਿਲਾਤੁਸ ਦੀ ਇਸ ਮਾਮਲੇ ਵਿੱਚ ਜਿੱਤ ਹੋਈ, ਪਰ ਇਹ ਉਹ ਘਟਨਾ ਸੀ ਜਿਸ ਕਾਰਨ ਯਹੂਦੀ ਲੋਕ ਉਸ ਦੀ ਅੰਸਵੇਦਨਸ਼ੀਲਤਾ ਕਰਕੇ ਉਸ ਨੂੰ ਬਹੁਤ ਜ਼ਿਆਦਾ ਨਫ਼ਰਤ ਕਰਨ ਲੱਗ ਪਏ। ਅਸਲ ਵਿੱਚ ਲੂਕਾ ਦੀ ਅੰਜੀਲ ਵਿੱਚ ਉਸ ਦੀ ਅੰਸਵੇਦਨਸ਼ੀਲਤਾ ਦਾ ਥੋੜ੍ਹਾ ਜਿਹਾ ਜ਼ਿਕਰ ਕੀਤਾ ਗਿਆ ਹੈ। ਮੈਂ ਨਹੀਂ ਜਾਣਦਾ ਕਿ ਤੁਸੀਂ ਕਦੀ ਇਸ ਤੇ ਧਿਆਨ ਦਿੱਤਾ ਹੈ ਜਾਂ ਨਹੀਂ, ਪਰ ਇਹ ਇੱਕ ਛੋਟੀ ਜਿਹੀ ਐਤ ਹੈ ਅਤੇ ਇਹ ਚੱਲਦੇ ਟਿੱਪਣੀ ਕੀਤੀ ਗਈ ਹੈ। ਪਰ ਲੂਕਾ 13 ਅਧਿਆਏ 1 ਐਤ ਕਹਿੰਦੀ ਹੈ, ਉਸ ਵੇਲੇ ਕਈ ਉੱਥੇ ਹਾਜ਼ਰ ਸਨ ਜਿਹੜੇ ਉਸ ਨੂੰ ਉਹਨਾਂ ਗਲੀਲੀਆਂ ਦਾ ਹਵਾਲਾ ਦੱਸਣ ਲੱਗੇ ਜਿਨ੍ਹਾਂ ਦਾ ਲਹੂ ਪਿਲਾਤੁਸ ਨੇ ਉਹਨਾਂ ਦੇ ਬਲੀਦਾਨਾਂ ਨਾਲ ਮਿਲਾਇਆ ਸੀ। ਜਦੋਂ ਤੁਸੀਂ ਇਹ ਪੜ੍ਹਦੇ ਹੋ ਤਾਂ ਤੁਸੀਂ ਇੱਕ ਕਿਸਮ ਦਾ ਇਸ ਦੇ ਲਾਗੋਂ ਦੀ ਲੰਘ ਜਾਂਦੇ ਹੋ। ਤੁਸੀਂ ਇਸ ਬਾਰੇ ਬਹੁਤ ਜ਼ਿਆਦਾ ਨਹੀਂ ਸੋਚਦੇ, ਪਰ ਜੇ ਤੁਸੀਂ ਪਿੱਛੇ ਜਾਓ ਅਤੇ ਉਸ ਨੂੰ ਖੋਦੋ ਜੋ ਹੋਇਆ ਸੀ, ਪਿਲਾਤੁਸ ਨੇ ਹੈਕਲ ਵਿੱਚ ਆ ਕੇ ਯਹੂਦੀਆਂ ਤੇ ਹਮਲਾ ਕਰ ਦਿੱਤਾ ਅਤੇ ਪਰਮੇਸ਼ਰ ਨੂੰ ਉਹਨਾਂ ਦਾ ਬਲੀਦਾਨ ਕਰਕੇ ਚੜ੍ਹਾ ਦਿੱਤਾ ਅਤੇ ਉਸ ਨੇ ਯਹੂਦੀਆਂ ਨੂੰ ਜਾਨੋਂ ਮਾਰ ਦਿੱਤਾ ਅਤੇ ਉਹਨਾਂ ਦੇ ਬਲੀਦਾਨਾਂ ਦਾ ਲਹੂ ਹੈਕਲ ਵਿੱਚ ਜਗਵੇਦੀ ਤੇ ਪਏ ਹੋਏ ਲਹੂ ਨਾਲ ਮਿਲਾ ਦਿੱਤਾ। ਮੈਂ ਤੁਹਾਨੂੰ ਦੱਸਦਾ ਹਾਂ ਕਿ ਪਿਲਾਤੁਸ ਕੋਈ ਚੰਗਾ ਬੰਦਾ ਨਹੀਂ ਸੀ। ਪਿਲਾਤੁਸ ਇਸ ਤਰ੍ਹਾਂ ਦਾ ਬੰਦਾ ਨਹੀਂ ਸੀ ਜਿਸ ਨੂੰ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਗੁਆਂਢ ਆ ਕੇ ਰਹੇ। ਪਿਲਾਤੁਸ ਨਿਰਦਈ ਅਤੇ ਅੰਸਵੇਦਨਸ਼ੀਲ ਸੁਭਾਅ ਦਾ ਸੀ। ਨੰਬਰ 2, ਪਿਲਾਤੁਸ ਦਾ ਬੇਸਲੂਣਾਪਨ। ਅਤੇ ਫਿਰ ਵੀ ਜਦੋਂ ਤੁਸੀਂ ਉਸ ਦੀ ਜ਼ਿੰਦਗੀ ਦਾ ਅਧਿਐਨ ਕਰਦੇ ਹੋ
ਤੁਸੀਂ ਉਸ ਦੀ ਅੰਸਵੇਦਨਸ਼ੀਲਤਾ ਨੂੰ ਵੇਖਦੇ ਹੋ, ਪਰ ਤੁਸੀਂ ਉਸ ਦਾ ਬੇਸਲੂਣਾਪਨ ਵੀ ਵੇਖਦੇ ਹੋ। ਖਾਸ ਕਰਕੇ ਉਦੋਂ ਜਦੋਂ ਉਸ ਦਾ ਵਾਹ ਪ੍ਰਭੂ ਯਿਸੂ ਨਾਲ ਪਿਆ। ਅਤੇ ਇੱਥੇ ਉਹਨਾਂ ਸਵਾਲਾਂ ਵਿੱਚੋਂ ਇੱਕ ਸਵਾਲ ਹੈ ਜਿਹੜਾ ਅਕਸਰ ਇਸ ਬੰਦੇ ਦੀ ਚਰਚਾ ਕਰਦਿਆਂ ਉੱਠਦਾ ਹੈ। ਮੈਂ ਤੁਹਾਨੂੰ ਇਸ ਬੰਦੇ ਦੀ ਨਿਰਦਈ ਜੀਵਨ ਸ਼ੈਲੀ ਦੀਆਂ ਕੁਝ ਘਟਨਾਵਾਂ ਦੱਸੀਆਂ ਹਨ, ਪਰ ਜੇ ਤੁਸੀਂ ਨਵੇਂ ਨੇਮ ਦੀ ਲਿਖਤ ਪੜ੍ਹੋ, ਤੁਸੀਂ ਪਹਿਲਾਂ ਤੋਂ ਹੀ ਜਾਣਦੇ ਹੋ ਕਿ ਜਦੋਂ ਯਿਸੂ ਦੀ ਗੱਲ ਆਈ, ਪਿਲਾਤੁਸ ਇਸ ਤਰ੍ਹਾਂ ਦਾ ਨਹੀਂ ਸੀ। ਅਸਲ ਵਿੱਚ ਉਹ ਜਾਪਦਾ ਹੈ ਕਿ ਪੇਸ਼ੀ ਦੀ ਪੂਰੀ ਪ੍ਰਕਿਰਿਆ ਦੌਰਾਨ ਪਿਲਾਤੁਸ ਮੁਕਤੀਦਾਤਾ ਨੂੰ ਰਿਹਾ ਕਰਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਉਹ ਉਹਨਾਂ ਯਹੂਦੀਆਂ ਦਾ ਸਾਥ ਨਹੀਂ ਦੇ ਰਿਹਾ ਜਿਹੜੇ ਉਸ ਨੂੰ ਮਾਰਨਾ ਚਾਹੁੰਦੇ ਸਨ। ਉਹ ਯਿਸੂ ਨੂੰ ਉਹਨਾਂ ਦੋਸ਼ਾਂ ਤੋਂ ਮੁਕਤ ਕਰਾਉਣ ਲਈ ਜੋ ਕੁਝ ਕਰ ਸਕਦਾ ਸੀ, ਉਹ ਸਭ ਕਰ ਰਿਹਾ ਹੈ। 3 ਮੌਕਿਆਂ ਤੇ ਪਿਲਾਤੁਸ ਕਹਿੰਦਾ ਹੈ ਕਿ ਮੈਂ ਉਹਦਾ ਕੋਈ ਦੋਸ਼ ਨਹੀਂ ਵੇਖਦਾ। ਯਹੋਨਾ 18:38 ਵਿੱਚ ਉਸ ਨੇ ਕਿਹਾ, ਪਿਲਾਤੁਸ ਨੇ ਉਹਨੂੰ ਆਖਿਆ, ਸਚਾਈ ਹੁੰਦੀ ਕੀ ਹੈ? ਅਤੇ ਇਹ ਕਹਿ ਕੇ ਉਹ ਫਿਰ ਯਹੂਦੀਆਂ ਕੋਲ ਬਾਹਰ ਨਿਕਲਿਆ ਅਤੇ ਉਹਨਾਂ ਨੂੰ ਆਖਿਆ, ਮੈਂ ਉਹਦਾ ਕੋਈ ਦੋਸ਼ ਨਹੀਂ ਵੇਖਦਾ। ਯਹੋਨਾ 19:4 ਵਿੱਚ ਉਸ ਨੇ ਫਿਰ ਕਿਹਾ, ਤਦ ਪਿਲਾਤੁਸ ਨੇ ਬਾਹਰ ਨਿਕਲ ਕੇ ਉਹਨਾਂ ਨੂੰ ਆਖਿਆ, ਵੇਖੋ ਮੈਂ ਉਹਨੂੰ ਤੁਹਾਡੇ ਕੋਲ ਬਾਹਰ ਲਿਆਉਂਦਾ ਹਾਂ, ਤਾਂ ਤੁਸੀਂ ਜਾਣੋ ਭਾਈ ਮੈਂ ਉਹਦਾ ਕੋਈ ਦੋਸ਼ ਨਹੀਂ ਵੇਖਦਾ ਹਾਂ। ਅਤੇ ਯਹੋਨਾ 19:6 ਵਿੱਚ ਅਸੀਂ ਫਿਰ ਪੜ੍ਹਦੇ ਹਾਂ, ਜਾਂ ਪ੍ਰਧਾਨ ਜਾਜਕਾਂ ਅਤੇ ਸਿਪਾਹੀਆਂ ਨੇ ਉਹਨੂੰ ਡਿੱਠਾ ਤਾਂ ਉਹ ਡੰਡ ਪਾ ਕੇ ਬੋਲੇ, ਉਹਨੂੰ ਸਲੀਬ ਦਿਓ, ਉਹਨੂੰ ਸਲੀਬ ਦਿਓ। ਪਿਲਾਤੁਸ ਨੇ ਉਹਨਾਂ ਨੂੰ ਕਿਹਾ, ਤੁਸੀਂ ਆਪੇ ਹੀ ਇਹਨੂੰ ਲੈ ਕੇ ਸਲੀਬ ਦਿਓ, ਕਿਉਂ ਜੋ ਮੈਂ ਇਹਦਾ ਕੋਈ ਦੋਸ਼ ਨਹੀਂ ਵੇਖਦਾ ਹਾਂ। ਇਹ ਬਹੁਤ ਹੀ ਦਿਲਚਸਪ ਗੱਲ ਹੈ, ਕਿਉਂਕਿ ਜਦੋਂ ਤੁਹਾਨੂੰ ਪਤਾ ਹੈ ਕਿ ਪਿਲਾਤੁਸ ਕੌਣ ਸੀ ਅਤੇ ਤੁਸੀਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਪੜ੍ਹਿਆ ਹੈ ਕਿ ਉਹ ਕਿਹੋ ਜਿਹਾ ਸੀ, ਇਹ ਗੱਲ ਬੇਤੁਕੀ ਲੱਗਦੀ ਹੈ ਕਿ ਉਹ ਯਿਸੂ ਮਸੀਹ ਦੇ ਸੰਬੰਧ ਵਿੱਚ ਇਹੋ ਜਿਹੀ ਗੱਲ ਕਹੇਗਾ। ਨਿਰਦਈ ਪ੍ਰਤੀ ਉਸ ਦਾ ਝੁਕਾਓ ਤੁਸੀਂ ਸੋਚੋਗੇ ਕਿ ਯਹੂਦੀ ਲੋਕਾਂ ਦਾ ਸਾਥ ਦੇਣ ਦੇ ਪ੍ਰਤੀ ਹੁੰਦਾ ਹੈ, ਅਤੇ ਜੇ ਯਿਸੂ ਉਸ ਲਈ ਸਮੱਸਿਆ ਹੁੰਦਾ ਤਾਂ ਉਹ ਉਸ ਤੋਂ ਛੇਤੀ ਖਲਾਸੀ ਕਰ ਲੈਂਦਾ। ਪਰ ਇੱਥੇ ਉਹ ਯਿਸੂ ਨੂੰ ਦੋਸ਼ਾਂ ਤੋਂ ਮੁਕਤ ਕਰਾਉਣ ਲਈ ਰੋਮੀ ਨਿਆਂ ਸ਼ਾਸਤਰ ਨੂੰ ਆਪਣੇ ਹਿੱਤ ਵਿੱਚ ਵਰਤ ਰਿਹਾ ਹੈ ਅਤੇ 3 ਵੱਖ-ਵੱਖ ਸਮੱਸਿਆ ਤੇ ਇਕਰਾਰ ਕਰ ਰਿਹਾ ਹੈ ਕਿ ਯਿਸੂ ਕਸੂਰਵਾਰ ਨਹੀਂ ਸੀ ਅਤੇ ਉਹ ਉਸ ਵਿੱਚ ਕੋਈ ਦੋਸ਼ ਨਹੀਂ ਵੇਖਦਾ। ਅਤੇ ਉਹ ਉਹਨਾਂ ਨੂੰ ਪੁੱਛਦਾ ਹੈ ਕਿ ਉਹ ਯਿਸੂ ਨੂੰ ਉਸ ਕੋਲ ਕਿਉਂ ਲਿਆਏ ਹਨ। ਇਹ ਸਵਾਲ ਅਕਸਰ ਪੁੱਛਿਆ ਜਾਂਦਾ ਹੈ, ਕਿਹੜੀ ਗੱਲ ਨੇ ਪਿਲਾਤੁਸ ਦੇ ਦਿਲ ਨੂੰ ਇੰਨਾ ਬਦਲ ਕੇ ਰੱਖ ਦਿੱਤਾ? ਕਈਆਂ ਨੇ ਸੁਝਾਅ ਦਿੱਤਾ ਹੈ ਕਿ ਉਸ ਵਿੱਚ ਇਸ ਬਦਲਾਅ ਦਾ ਇੱਕ ਕਾਰਨ ਇਹ ਵੀ ਹੈ ਕਿਉਂਕਿ ਰੋਮੀ ਇਤਿਹਾਸਕਾਰਾਂ ਨੇ ਪਿਲਾਤੁਸ ਦੇ ਨਿਰਦਈਪੁਣੇ ਦੇ ਸੁਭਾਅ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਹੈ ਕਿ ਜਦੋਂ ਅਸੀਂ ਜੋਸਵੇ ਅਤੇ ਹੋਰ ਇਤਿਹਾਸਕਾਰਾਂ ਦੀਆਂ ਲਿਖਤਾਂ ਵਿੱਚ ਪੜ੍ਹਦੇ ਹਾਂ ਕਿ ਉਹ ਕਿੰਨਾ ਨਿਰਦਈ ਸੀ, ਉਹ ਸੱਚਮੁੱਚ ਇੰਨਾ ਨਿਰਦਈ ਬਿਲਕੁਲ ਨਹੀਂ ਸੀ। ਉਹਨਾਂ ਉਸ ਬਾਰੇ ਵਧਾ ਚੜ੍ਹਾ ਕੇ ਲਿਖਿਆ ਹੈ। ਪਰ ਤੁਸੀਂ ਇਹ ਸਵਾਲ ਪੁੱਛੋਗੇ, ਇਹ ਸਭ ਕਰਨ ਪਿੱਛੋਂ ਉਹਨਾਂ ਦਾ ਮਕਸਦ ਕੀ ਹੋਵੇਗਾ? ਉਹਨਾਂ ਲਿਖਿਆ, ਉਹਨਾਂ ਵਿੱਚੋਂ ਬਹੁਤਿਆਂ ਨੇ ਉਹਨਾਂ ਦੇ ਆਪਣੇ ਬਾਰੇ ਲਿਖਿਆ ਅਤੇ ਉਹਨਾਂ ਉਸ ਬਾਰੇ ਖਰੀ ਭਾਸ਼ਾ ਵਿੱਚ ਲਿਖਿਆ। ਉਹਨਾਂ ਨੂੰ ਉਸ ਦੇ ਨਿਰਦਈਪੁਣੇ ਬਾਰੇ ਕਹਾਣੀ ਬਣਾਉਣ ਦੀ ਕੀ ਲੋੜ ਸੀ? ਕੁਝ ਹੋਰਨਾਂ ਦਾ ਕਹਿਣਾ ਹੈ, ਨਹੀਂ, ਜਦੋਂ ਯਿਸੂ ਦੀ ਗੱਲ ਆਈ ਉਸ ਨੇ ਆਪਣੀ ਸ਼ਖਸੀਅਤ ਨੂੰ ਬਦਲ ਲਿਆ, ਕਿਉਂਕਿ ਜਦੋਂ ਉਹ ਮੁਕਤੀਦਾਤਾ ਲਾਗੇ ਸੀ ਅਤੇ ਉਹ ਪ੍ਰਭੂ ਯਿਸੂ ਅੱਗੇ ਉਜਾਗਰ ਹੋਣਾ ਸ਼ੁਰੂ ਹੋ ਗਿਆ ਸੀ, ਇਸ ਦਾ ਉਸ ਤੇ ਇਹੋ ਜਿਹਾ ਪ੍ਰਭਾਵ ਪਿਆ ਕਿ ਉਹ ਨਾ ਬਣ ਸਕਿਆ ਜੋ ਉਹ ਪਹਿਲਾਂ ਸੀ। ਅਸੀਂ ਸਾਰੇ ਇਸ ਗੱਲ ਨੂੰ ਮੰਨਾਂਗੇ ਕਿ ਜਦੋਂ ਅਸੀਂ ਪ੍ਰਭੂ ਯਿਸੂ ਅੱਗੇ ਉਜਾਗਰ ਹੋ ਜਾਂਦੇ ਹਾਂ, ਉਹ ਸਾਨੂੰ ਅੰਦਰ ਤੋਂ ਲੈ ਕੇ ਬਾਹਰ ਤੱਕ ਬਦਲ ਦਿੰਦਾ ਹੈ। ਅਸੀਂ ਸਿੱਖਦੇ ਆ ਰਹੇ ਹਾਂ ਕਿ ਉਹ ਤੁਹਾਡੇ ਦਿਲ ਨੂੰ ਬਦਲ ਦਿੰਦਾ ਹੈ। ਯਕੀਨਨ ਪਿਲਾਤੁਸ ਦੇ ਇਸ ਬਦਲਾਅ ਵਿੱਚ ਕੁਝ ਨਾ ਕੁਝ ਯਿਸੂ ਮੁਆਫਕ ਵੀ ਹੋਵੇਗਾ, ਪਰ ਇੱਕ ਕਾਰਨ ਹੈ ਜੋ ਕਹਾਣੀ ਦੀ ਗਹਿਰਾਈ ਵਿੱਚ ਜਾਂਦਾ ਹੈ ਅਤੇ ਇੱਕ ਇਤਫਾਕੀ ਐਤ ਹੈ ਜੋ ਮੈਂ ਸੋਚਦਾ ਹਾਂ ਇਹ ਸਭ ਬਿਆਨ ਕਰਦੀ ਹੈ। ਇਸ ਗੱਲ ਨੇ ਪਿਲਾਤੁਸ ਨੂੰ ਬਦਲ ਦਿੱਤਾ। ਇੱਕ ਦਿਨ ਉਹ ਕਚਹਿਰੀ ਵਿੱਚ ਸੀ, ਅਦਾਲਤ ਦੀ ਗੱਦੀ ਤੇ ਬੈਠਾ ਸੀ ਅਤੇ ਉਸ ਨੂੰ ਉਸ ਦੀ ਪਤਨੀ ਵੱਲੋਂ ਭੇਜਿਆ ਹੋਇਆ ਪੱਤਰ ਮਿਲਿਆ। ਮੈਂ ਤੁਹਾਨੂੰ ਦੱਸਾਂਗਾ, ਜੇ ਤੁਹਾਨੂੰ ਤੁਹਾਡੀ ਪਤਨੀ ਵੱਲੋਂ ਕੋਈ ਪੱਤਰ ਮਿਲੇ, ਇਹ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ। ਅਤੇ ਪਿਲਾਤੁਸ ਬਦਲ ਗਿਆ। ਜੋ ਹੋਇਆ ਉਸ ਦੀ ਲਿਖਤ ਇੱਥੇ ਹੈ। ਅਸੀਂ ਇਸ ਬਾਰੇ ਮਤੀ 27 ਅਧਿਆਏ 19 ਐਤ ਵਿੱਚ ਪੜ੍ਹਦੇ ਹਾਂ।
ਜਦ ਉਹ ਅਦਾਲਤ ਦੀ ਗੱਦੀ ਉੱਤੇ ਬੈਠਾ ਹੋਇਆ ਸੀ। ਉਹਦੀ ਪਤਨੀ ਨੇ ਉਹਨੂੰ ਅਖਵਾ ਭੇਜਿਆ, ਜੋ ਤੂੰ ਉਸ ਧਰਮੀ ਨਾਲ ਕੁਝ ਵਾਸਤਾ ਨਾ ਰੱਖ, ਕਿਉਂ ਜੋ ਮੈਂ ਅੱਜ ਸੁਪਨੇ ਵਿੱਚ ਉਸ ਦੇ ਕਾਰਨ ਵੱਡਾ ਦੁੱਖ ਡਿੱਠਾ ਹੈ। ਪਿਲਾਤੁਸ ਦੀ ਪਤਨੀ ਉਸ ਰਾਤ ਬਿਸਤਰ ਤੇ ਗਈ ਅਤੇ ਉਸ ਨੇ ਯਿਸੂ ਬਾਰੇ ਸੁਪਨਾ ਵੇਖਿਆ ਅਤੇ ਸਪਸ਼ਟ ਤੌਰ ਤੇ ਇਹ ਇੱਕ ਸੁਪਨੇ ਨਾਲੋਂ ਵੱਧ ਕੇ ਇੱਕ ਡਰਾਉਣਾ ਸੁਪਨਾ ਸੀ। ਇਹ ਸੁਪਨਾ ਕਿਹੜੀ ਗੱਲ ਨਾਲ ਭਰਿਆ ਹੋਇਆ ਸੀ ਅਸੀਂ ਨਹੀਂ ਜਾਣਦੇ, ਪਰ ਇਸ ਦਾ ਸੰਦੇਸ਼ ਇੰਨਾ ਮਜ਼ਬੂਤ ਅਤੇ ਡਰਾਉਣਾ ਸੀ ਕਿ ਉਸ ਦੀ ਪਤਨੀ ਉਸ ਨੂੰ ਉਦੋਂ ਇਹ ਸੰਦੇਸ਼ ਭੇਜਿਆ ਜਦੋਂ ਉਹ ਅਦਾਲਤ ਦੀ ਗੱਦੀ ਤੇ ਬੈਠਾ ਹੋਇਆ ਸੀ ਅਤੇ ਸੰਦੇਸ਼ ਇਹ ਸੀ, ਇਸ ਨੂੰ ਆਜ਼ਾਦ ਕਰ ਦਿਓ, ਇਸ ਨੂੰ ਅਦਾਲਤ ਵਿੱਚੋਂ ਕੱਢ ਦਿਓ, ਇਸ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਦਿਓ, ਉਸ ਧਰਮੀ ਨਾਲ ਕੋਈ ਵਾਸਤਾ ਨਾ ਰੱਖੋ, ਕਿਉਂਕਿ ਮੈਂ ਪੂਰੀ ਰਾਤ ਸੁੱਤੀ ਨਹੀਂ ਅਤੇ ਉਸ ਬਾਰੇ ਭਿਆਨਕ ਸੁਪਨਾ ਭਰੀ ਰਾਤ ਗੁਜ਼ਾਰੀ ਹੈ। ਉਸ ਧਰਮੀ ਨਾਲ ਕੋਈ ਵਾਸਤਾ ਨਾ ਰੱਖੋ। ਜ਼ਿਆਦਾਤਰ ਵਿਦਵਾਨਾਂ ਦਾ ਵਿਸ਼ਵਾਸ ਹੈ ਕਿ ਇਸ ਸਮੇਂ ਦੇ ਇਰਦ ਗਿਰਦ ਪਿਲਾਤੁਸ ਨੇ ਆਪਣੀ ਜ਼ਿੰਦਗੀ ਵਿੱਚ ਫੈਸਲਾ ਕੀਤਾ ਕਿ ਉਸ ਯਿਸੂ ਨੂੰ ਦੋਸ਼ਾਂ ਤੋਂ ਮੁਕਤ ਕਰਵਾਵੇਗਾ ਅਤੇ ਅਦਾਲਤ ਵਿੱਚੋਂ ਕਿਸੇ ਵੀ ਤਰ੍ਹਾਂ ਬਾਹਰ ਕਢਾਵੇਗਾ। ਕਿਉਂਕਿ ਤੁਸੀਂ ਵੇਖੋ, ਇੱਕ ਰੋਮੀ ਦੇ ਲਈ ਸੁਪਨਾ ਇੱਕ ਗੰਭੀਰ ਮਸਲਾ ਸੀ। ਅਸੀਂ ਹਾਲ ਹੀ ਦੇ ਸਮਿਆਂ ਵਿੱਚ ਸੁਪਨਿਆਂ ਬਾਰੇ ਬਹੁਤ ਕੁਝ ਸੁਣ ਰਹੇ ਹਾਂ, ਬੀਤੇ ਸਮੇਂ ਨਾਲੋਂ ਵੀ ਵੱਧ। ਪਰ ਰੋਮੀਆਂ ਲਈ ਸੁਪਨਾ ਤਾਂ ਅਛਾਈ ਜਾਂ ਬੁਰਾਈ ਦਾ ਸੂਚਕ ਹੁੰਦੇ ਸਨ ਅਤੇ ਪਿਲਾਤੁਸ ਜਾਣਦਾ ਸੀ ਕਿ ਜੇਕਰ ਉਸ ਦੀ ਪਤਨੀ ਨੇ ਇਹ ਬੁਰਾ ਸੁਪਨਾ ਵੇਖਿਆ ਹੈ ਤਾਂ ਯਿਸੂ ਬਾਰੇ ਕੁਝ ਨਾ ਕੁਝ ਜ਼ਰੂਰ ਹੈ ਜਿਸ ਤੋਂ ਉਸ ਨੂੰ ਡਰਨਾ ਚਾਹੀਦਾ ਹੈ। ਅਤੇ ਤੁਸੀਂ ਸੋਚਦੇ ਹੋਵੋਗੇ ਕਿ ਉਹ ਯਿਸੂ ਨੂੰ ਦੋਸ਼ਾਂ ਤੋਂ ਮੁਕਤ ਕਰਾਉਣ ਅਤੇ ਉਸ ਨੂੰ ਆਪਣੇ ਤੋਂ ਦੂਰ ਕਰਨ ਲਈ ਸਭ ਕੁਝ ਕਰੇਗਾ। ਨੰਬਰ 3, ਪਿਲਾਤੁਸ ਦੀ ਬੇਈਮਾਨੀ। ਪਰ ਇਹ ਸਾਨੂੰ ਪਿਲਾਤੁਸ ਬਾਰੇ ਤੀਜੀ ਗੱਲ ਵੱਲ ਲੈ ਕੇ ਆਉਂਦਾ ਹੈ, ਜੋ ਕਿ ਉਸ ਦੀ ਜ਼ਿੰਦਗੀ ਦੀ ਇੱਕ ਖਾਸ ਵਿਸ਼ੇਸ਼ਤਾ ਹੈ ਅਤੇ ਉਹ ਹੈ ਉਸ ਦੀ ਬੇਈਮਾਨੀ। ਪਿਲਾਤੁਸ ਬਾਹਰੋਂ ਕੁਝ ਹੋਰ ਅਤੇ ਅੰਦਰੋਂ ਕੁਝ ਹੋਰ ਸੀ। ਉਹ ਇੱਕ ਸੱਚਾ ਬੰਦਾ ਨਹੀਂ ਸੀ। ਉਸਨੇ ਉਹ ਕੀਤਾ ਜੋ ਰਾਜਨੀਤਿਕ ਤੌਰ ਤੇ ਸਹੀ ਸੀ, ਸਗੋਂ ਇਸ ਸ਼ਬਦ ਦੇ ਜਨਮ ਲੈਣ ਤੋਂ ਵੀ ਪਹਿਲਾਂ ਉਸਨੇ ਆਪਣੇ ਅਹੁਦੇ ਨੂੰ ਆਪਣੇ ਫਾਇਦੇ ਲਈ ਵਰਤਿਆ। ਉਸਨੇ ਆਪਣੇ ਅਹੁਦੇ ਨੂੰ ਉਹ ਪੂਰਾ ਕਰਨ ਲਈ ਵਰਤਿਆ ਜੋ ਉਸਨੇ ਸੋਚਿਆ ਕਿ ਮਹੱਤਵਪੂਰਨ ਸੀ। ਜਦੋਂ ਯਿਸੂ ਪਿਲਾਤੁਸ ਦੇ ਸਾਹਮਣੇ ਆਇਆ ਤਾਂ ਅਸੀਂ ਮਨੁੱਖੀ ਸੁਭਾਅ ਦਾ ਰੁਖ ਉਹਨਾਂ ਸਾਰੇ ਬਾਹਰੀ ਰੂਪਾਂ ਵੱਲ ਮੋੜਦੇ ਵੇਖਦੇ ਹਾਂ ਜਿਨ੍ਹਾਂ ਦੀ ਸਾਡੀ ਵੱਲੋਂ ਲੋੜ ਹੈ, ਅਤੇ ਫਿਰ ਇਸ ਦੇ ਨਾਲ-ਨਾਲ ਅਸੀਂ ਅੰਦਰੂਨੀ ਤੌਰ ਤੇ ਸਰਬਸ਼ਕਤੀਮਾਨ ਦੇ ਵਿਰੋਧ ਵਿੱਚ ਹੁੰਦੇ ਹਾਂ। ਪਿਲਾਤੁਸ ਨੇ ਨਿਆਂ ਪ੍ਰਤੀ ਫਿਕਰਮੰਦ ਹੋਣ ਦਾ ਦਿਖਾਵਾ ਕੀਤਾ। ਬਾਹਰੋਂ ਉਹ ਯਿਸੂ ਨੂੰ ਬਚਾਉਣ ਦਾ ਕੰਮ ਕਰ ਰਿਹਾ ਸੀ, ਅੰਦਰੋਂ ਉਹ ਭੀੜ ਨੂੰ ਆਪਣੀ ਮਰਜ਼ੀ ਕਰਨ ਦੀ ਇਜਾਜ਼ਤ ਦੇ ਰਿਹਾ ਸੀ। ਜਦ ਕਿ ਉਹ ਅੰਦਰੋਂ ਜਾਣਦਾ ਸੀ ਕਿ ਯਿਸੂ ਨਿਰਦੋਸ਼ ਹੈ, ਫਿਰ ਵੀ ਉਸਨੇ ਚਲਾਕੀ ਖੇਡੀ ਅਤੇ ਇਸ ਸੱਚ ਨੂੰ ਮਨਜ਼ੂਰੀ ਦਿੱਤੀ ਕਿ ਸਾਡਾ ਪ੍ਰਭੂ ਆਖਿਰਕਾਰ ਮਾਰਿਆ ਜਾਵੇ। ਜਦੋਂ ਅਸੀਂ ਪਿਲਾਤੁਸ ਸਾਹਮਣੇ ਯਿਸੂ ਦੀ ਛੇਤੀ-ਛੇਤੀ ਪੇਸ਼ੀ ਵਿੱਚੋਂ ਗੁਜ਼ਰਦੇ ਹਾਂ, ਅਸੀਂ ਪਿਲਾਤੁਸ ਵਿੱਚ ਇਹ ਵਿਸ਼ਵਾਸਘਾਤੀ ਰੁਖ ਵੇਖਦੇ ਹਾਂ। ਹੁਣ ਰੋਮੀ ਪੇਸ਼ੀ ਦੇ 4 ਭਾਗ ਹੁੰਦੇ ਸਨ ਅਤੇ ਇਹਨਾਂ ਚਾਰੇ ਭਾਗਾਂ ਵਿੱਚ, ਜਿਨ੍ਹਾਂ ਦਾ ਮੂਲ ਰੂਪ ਵਿੱਚ ਯਹੂਨਾ ਦੀ ਅੰਜੀਲ ਦੇ 8ਵੇਂ ਅਧਿਆਇ ਵਿੱਚ ਵਰਣਨ ਕੀਤਾ ਗਿਆ ਹੈ, ਅਸੀਂ ਪਿਲਾਤੁਸ ਅਤੇ ਯਿਸੂ ਨੂੰ ਇੱਕ ਦੂਜੇ ਨਾਲ ਪਰਸਪਰ ਪ੍ਰਭਾਵ ਵਿੱਚ ਵੇਖਦੇ ਹਾਂ ਅਤੇ ਸਾਨੂੰ ਇਸ ਬੰਦੇ ਦੀ ਜ਼ਿੰਦਗੀ ਦੀ ਜਾਣਕਾਰੀ ਮਿਲਦੀ ਹੈ ਜਿਸ ਬਾਰੇ ਅੱਜ ਅਸੀਂ ਅਧਿਐਨ ਕਰ ਰਹੇ ਹਾਂ। ਭਾਗ ਊੜਾ, ਦੋਸ਼ ਆਰੋਪਣ। ਸਭ ਤੋਂ ਪਹਿਲਾਂ ਪ੍ਰਭੂ ਖਿਲਾਫ ਦੋਸ਼ ਸੀ। ਯਹੂਨਾ 18 ਅਧਿਆਇ 29 ਵਿੱਚ ਪਿਲਾਤੁਸ ਨੇ ਕਿਹਾ, ਤੁਸੀਂ ਇਸ ਮਨੁੱਖ ਦੇ ਜੁੰਮੇ ਕੀ ਦੋਸ਼ ਲਾਉਂਦੇ ਹੋ? ਯਹੂਦੀਆਂ ਨੇ ਪਿਲਾਤੁਸ ਦੇ ਸਵਾਲ ਦਾ ਜਵਾਬ ਨਹੀਂ ਦਿੱਤਾ ਅਤੇ ਉਹਨਾਂ ਨੇ ਉਸ ਨੂੰ ਬੜੀ ਚਲਾਕੀ ਨਾਲ ਜਵਾਬ ਦਿੱਤਾ। ਅਸਲ ਵਿੱਚ ਉਹ ਆਪਣੀ ਥਾਂ ਬਹੁਤ ਸੁਰੱਖਿਅਤ ਹੋਣਾ ਚਾਹੁੰਦੇ ਹੋਣਗੇ। ਕਿ ਤੁਹਾਨੂੰ ਉਹਨਾਂ ਦਾ ਜਵਾਬ ਯਾਦ ਹੈ? ਇਹ ਅਗਲੀ ਐਤ ਵਿੱਚ ਹੈ। ਉਹਨਾਂ ਨੇ ਕਿਹਾ, ਜੇ ਇਹ ਬੁਰਾ ਨਾ ਹੁੰਦਾ ਤਾਂ ਅਸੀਂ ਉਸ ਨੂੰ ਤੁਹਾਡੇ ਹਵਾਲੇ ਕਰਦੇ। ਜੋ ਉਸਨੇ ਕੀਤਾ ਹੈ ਉਸ ਨਾਲ ਕੀ ਫਰਕ ਪੈਂਦਾ ਹੈ? ਇਹ ਸਾਰੀ ਗੱਲਬਾਤ ਇੱਕ ਕਿਸਮ ਦੀ ਚਲਾਕੀ ਸੀ। ਜੋ ਸਾਡੇ ਬੱਚੇ ਇਸ ਤਰ੍ਹਾਂ ਜਵਾਬ ਦਿੰਦੇ, ਅਸੀਂ ਉਹਨਾਂ ਦੇ ਪਿੱਛੇ ਪੈ ਜਾਂਦੇ। ਦੋਸ਼ ਆਰੋਪਣ ਪ੍ਰਭੂ ਯਿਸੂ ਦੀ ਇਮਾਨਦਾਰੀ ਅਤੇ ਪਿਲਾਤੁਸ ਦੀ ਬੇਈਮਾਨੀ ਵਿਚਕਾਰ ਇੱਕ ਅਦਲ ਬਦਲ ਹੈ। ਜਦੋਂ ਯਹੂਦੀਆਂ ਕੋਲ ਸਹੀ ਦੋਸ਼ ਸੀ, ਉਹਨਾਂ ਨੇ ਇਹ ਦੋਸ਼ ਲਾਇਆ। ਅਸਲ ਵਿੱਚ ਲੂਕਾ ਸਾਨੂੰ ਦੱਸਦਾ ਹੈ, ਉਹਨਾਂ ਨੇ ਯਿਸੂ ਖਿਲਾਫ 3 ਕਿਸਮ ਦਾ ਦੋਸ਼ ਤਿਆਰ ਕੀਤਾ।
ਉਹਨਾਂ ਨੇ ਇਹ ਕਹਿ ਕੇ ਉਸ ਤੇ ਦੋਸ਼ ਲਾਉਣਾ ਸ਼ੁਰੂ ਕੀਤਾ, ਅਸਾਂ ਇਹਨੂੰ ਸਾਡੀ ਕੌਮ ਨੂੰ ਭਰਮਾਉਂਦਿਆਂ ਅਤੇ ਕੈਸਰ ਨੂੰ ਮਾਮਲਾ ਦੇਣ ਤੋਂ ਮਨਾ ਕਰਦੇ ਅਤੇ ਆਪਣੇ ਆਪ ਨੂੰ ਮਸੀਹ ਪਾਤਸ਼ਾਹ ਕਹਿੰਦਿਆਂ ਡਿੱਠਾ ਹੈ। ਉਹਨਾਂ ਯਿਸੂ ਖਿਲਾਫ ਇਹ ਦੋਸ਼ ਲਾ ਕੇ ਚਾਲ ਚੱਲੀ। ਇਹ ਦਿਲਚਸਪ ਹੈ ਕਿ ਨਹੀਂ ਪਿਲਾਤੁਸ ਅਤੇ ਨਾ ਹੀ ਕਿਸੇ ਹੋਰ ਰੋਮੀ ਸਮਰਾਟ ਨੇ ਪਹਿਲਾਂ ਦੋ ਦੋਸ਼ਾਂ ਨੂੰ ਗੰਭੀਰ। ਪਿਆਰੇ ਦਰਸ਼ਕੋ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਅਤੇ ਅਖੀਰ ਤੱਕ ਸਾਡੇ ਨਾਲ ਬਣੇ ਰਹੇ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਪਿਲਾਤੁਸ ਦੇ ਬਾਰੇ ਚਰਚਾ ਕਰ ਰਹੇ ਸੀ। ਇਹ ਉਹ ਵਿਅਕਤੀ ਹੈ ਜੋ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਅਦਾਲਤ ਦੇ ਵਿੱਚ ਪੇਸ਼ੀ ਅਤੇ ਸਲੀਬ ਦੇ ਉੱਤੇ ਜਾਣ ਦੀ ਕਹਾਣੀ ਦੇ ਵਿੱਚ ਮਿਲਦਾ ਹੈ। ਬਾਈਬਲ ਬਾਣੀ ਦੇ ਵਿੱਚ ਇਸ ਦੀ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਇਸ ਕਰਕੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਸ ਦੀ ਕੁਝ ਜਾਣਕਾਰੀ ਵੱਖ-ਵੱਖ ਇਤਿਹਾਸਕਾਰਾਂ ਦੀਆਂ ਲਿਖਤਾਂ ਦੇ ਵਿੱਚੋਂ ਵੀ ਲਈਆਂ ਗਈਆਂ ਹਨ। ਇਸ ਤੋਂ ਬਾਅਦ ਅਸੀਂ ਪਿਲਾਤੁਸ ਦੇ ਬੇਸਲੋਨੇਪਨ ਨੂੰ ਵੇਖਿਆ। ਅਸੀਂ ਜਾਣਿਆ ਕਿ ਪਿਲਾਤੁਸ ਪ੍ਰਭੂ ਯਿਸੂ ਜੀ ਦੀ ਪੇਸ਼ੀ ਦੀ ਪ੍ਰਕਿਰਿਆ ਨੂੰ ਪੂਰਾ ਹੋਣ ਦਿੰਦਾ ਹੈ ਅਤੇ ਉਹਨਾਂ ਨੂੰ ਮੁਕਤ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ, ਕਿਉਂਕਿ ਉਹਨੂੰ ਪ੍ਰਭੂ ਯਿਸੂ ਜੀ ਦੇ ਵਿੱਚ ਕੋਈ ਦੋਸ਼ ਨਹੀਂ ਮਿਲਦਾ। ਉਹ ਉਹਨਾਂ ਯਹੂਦੀਆਂ ਦਾ ਸਾਥ ਨਹੀਂ ਦਿੰਦਾ ਜੋ ਯਿਸੂ ਜੀ ਨੂੰ ਸੂਲੀ ਉੱਤੇ ਚਾੜਨਾ ਚਾਹੁੰਦੇ ਸੀ। ਅਸੀਂ ਜਾਣਦੇ ਹਾਂ ਕਿ ਪ੍ਰਭੂ ਯਿਸੂ ਸਾਡੇ ਦਿਲ ਨੂੰ ਬਦਲ ਸਕਦਾ ਹੈ। ਯਕੀਨਨ ਪ੍ਰਭੂ ਯਿਸੂ ਜੀ ਦੇ ਨਾਲ ਉਸ ਦੀ ਮੁਲਾਕਾਤ ਨੇ ਉਸ ਦੇ ਜੀਵਨ ਦੇ ਉੱਤੇ ਵੀ ਪ੍ਰਭਾਵ ਛੱਡਿਆ ਹੋਏਗਾ, ਜਿਸ ਦੇ ਕਰਕੇ ਉਹ ਆਪਣੇ ਵਿਅਕਤੀਤਵ ਦੇ ਵਿਪਰੀਤ ਪ੍ਰਭੂ ਯਿਸੂ ਜੀ ਦੇ ਨਾਲ ਵਿਵਹਾਰ ਕਰ ਰਿਹਾ ਸੀ। ਅਸੀਂ ਪਿਲਾਤੁਸ ਦੀ ਬੇਈਮਾਨੀ ਦੇਖੀ। ਅਸੀਂ ਵੇਖਿਆ ਕਿ ਦੋਸ਼ਾਰੋਪਣ ਪ੍ਰਭੂ ਯਿਸੂ ਮਸੀਹ ਅਤੇ ਪਿਲਾਤੁਸ ਦੇ ਵਿਚਕਾਰ ਇੱਕ ਅਦਲ-ਬਦਲ ਹੈ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਇਸ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਨੂੰ ਅਸੀਂ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰੱਖਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਲ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਅੱਜ ਇੱਕ ਵਾਰ ਫਿਰ ਤੋਂ ਪ੍ਰਭੂ ਜੀ ਆਪਣੇ ਵਚਨ ਦੇ ਦੁਆਰਾ ਆਸ਼ੀਸ਼ ਤੇ ਬਰਕਤ ਦਿੱਤੀ। ਅੱਜ ਅਸੀਂ ਪਿਲਾਤੁਸ ਦੇ ਜੀਵਨ ਨੂੰ ਦੇਖ ਪਾਏ, ਜਿਹਦਾ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੀ ਸੂਲੀ ਦੀ ਮੌਤ ਦੇ ਵਿਸ਼ੇ ਵਿੱਚ ਉਸ ਦਾ ਪ੍ਰਭੂ ਜੀ ਨਿਆਂ ਕਰਨਾ ਸ਼ਾਮਿਲ ਸੀ। ਪਿਤਾ ਪਰਮੇਸ਼ਵਰ, ਅਸੀਂ ਜਾਣਦੇ ਹਾਂ ਕਿ ਉਹ ਵਿਅਕਤੀ ਪੂਰੀ ਤਰ੍ਹਾਂ ਰਾਜਨੀਤਿਗਿਆ ਸੀ। ਉਹਨੇ ਜੋ ਕੁਝ ਵੀ ਪ੍ਰਭੂ ਯਿਸੂ ਮਸੀਹ ਨਾਲ ਕੀਤਾ, ਭਾਵੇਂ ਉਹ ਅੱਛਾ ਕੀਤਾ ਬੁਰਾ ਕੀਤਾ, ਉਹਦਾ ਮਕਸਦ ਰਾਜਨੀਤਿਕ ਸੀ, ਕਿਉਂਕਿ ਉਹ ਰੋਮੀ ਵਿਅਕਤੀ ਸੀ। ਉਹਦਾ ਪ੍ਰਭੂ ਜੀ ਯਹੂਦੀਆਂ ਦੇ ਨਾਲ ਕੋਈ ਸੰਬੰਧ ਨਹੀਂ ਸੀ, ਉਹਦਾ ਤੁਹਾਡੇ ਨਾਲ ਕੋਈ ਸੰਬੰਧ ਨਹੀਂ ਸੀ। ਲੇਕਿਨ ਉਸ ਦੇ ਬਾਵਜੂਦ ਵੀ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਜਦ ਉਹਨਾਂ ਦੀ ਤੁਹਾਡੇ ਨਾਲ ਮੁਲਾਕਾਤ ਹੋਈ, ਤੁਸੀਂ ਉਸ ਦੇ ਜੀਵਨ ਦੇ ਵਿੱਚ ਵੀ ਆਪਣੇ ਪ੍ਰਭਾਵ ਨੂੰ ਛੱਡਿਆ, ਜਿਸ ਨੂੰ ਪਿਤਾ ਪਰਮੇਸ਼ਰ ਅਸੀਂ ਉਸ ਦੇ ਨਿਆਂ ਪ੍ਰਣਾਲੀ ਦੇ ਵਿੱਚ ਦੇਖਦੇ ਹਾਂ ਕਿ ਉਹ ਪਿਤਾ ਪਰਮੇਸ਼ਰ ਪੂਰੀ ਕੋਸ਼ਿਸ਼ ਕਰਦਾ ਹੈ ਕਿ ਯਿਸੂ ਮਸੀਹ ਨੂੰ ਸਲੀਬ ਦੇਣ ਤੋਂ ਬਚਾ ਸਕੇ। ਲੇਕਿਨ ਪਿਤਾ ਪਰਮੇਸ਼ਰ ਸਲੀਬ ਉਸ ਦੀ ਨਹੀਂ ਬਲਕਿ ਤੁਹਾਡੀ ਯੋਜਨਾ ਸੀ। ਇਸ ਕਰਕੇ ਪਿਤਾ ਪਰਮੇਸ਼ਵਰ ਤੁਸੀਂ ਉਸ ਤਰ੍ਹਾਂ ਹੀ ਹੋਣ ਦਿੱਤਾ ਜਿਸ ਤਰ੍ਹਾਂ ਤੁਹਾਡੀ ਯੋਜਨਾ ਸੀ, ਤਾਂ ਕਿ ਸਾਰੀ ਮਨੁੱਖੀ ਕੌਮ ਤੁਹਾਡੇ ਤੋਂ ਪ੍ਰਭੂ ਜੀ ਪਾਪਾਂ ਤੋਂ ਆਜ਼ਾਦੀ ਪਾ ਸਕੇ। ਧੰਨਵਾਦ ਕਰਦੇ ਪਿਤਾ ਪਰਮੇਸ਼ਰ ਇਸ ਅੱਛੇ ਵਚਨ ਵਾਸਤੇ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।